ਹੈਲੋ एवरीवन ਵੈਲਕਮ ਟੂ ਸਟਡੀ ਸ਼ੌਕਤ ਸੇ ਸਟਡੀ ਬਿਕਮਸ ਈਜ਼ੀਅਰ। ਤਾਂ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਜੋ ਕਿ ਪੰਜਾਬ ਆਂਗਨਵਾੜੀ ਭਰਤੀ ਦੇ ਨਾਲ ਰਿਲੇਟਡ ਹੈਗੀ। ਆਪਾਂ ਸਭ ਨੂੰ ਪਤਾ ਹੈ ਜੀ 3 ਜੁਲਾਈ ਤੱਕ ਇਸ ਦੇ ਫਾਰਮ ਜਿਹੜੇ ਫਿਲ ਹੋਣੇ ਆ। ਉਸ ਤੋਂ ਬਾਅਦ ਇੰਟਰਵਿਊਜ਼ ਦਾ ਰੱਖਿਆ ਜਾਏਗਾ। ਇੰਟਰਵਿਊ ਦੇ 5 ਨੰਬਰ ਹੈ, ਚਾਹੇ ਉਹ ਹੈਲਪਰ ਲਈ ਹੋਣ, ਚਾਹੇ ਉਹ ਮਿਨੀ ਆਂਗਨਵਾੜੀ ਵਰਕਰ ਲਈ ਹੋਣ ਜਾਂ ਵਰਕਰਸ ਲਈ 5 ਨੰਬਰ ਦਾ ਇੰਟਰਵਿਊ ਹੋਏਗਾ। ਤਾਂ ਕਿ ਮੈਰਿਟ ਕਿਸ ਤਰ੍ਹਾਂ ਬਣੇਗੀ ਉਸ ਦੀ ਡਿਟੇਲ ਜਿਹੜੀ ਵੀਡੀਓਜ਼ ਆਪਣੇ ਚੈਨਲ ਤੇ ਬਣੀਆਂ ਹੋਈਆਂ ਨੇ, ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਫਾਰਮ ਕਿੱਥੋਂ ਮਿਲਣੇ ਹੈ, ਕਿੱਥੇ ਸਬਮਿਟ ਕਰਨਾ ਹੈ, ਆਪਣੇ ਏਰੀਆ ਦੇ ਵਿੱਚ ਖਾਲੀ ਪੋਸਟ ਕਿਸ ਤਰ੍ਹਾਂ ਸਰਚ ਕਰਨੀ ਹੈ, ਇਸ ਤਰ੍ਹਾਂ ਦੇਖਣਾ ਕਿ ਅਸੀਂ ਕਿਹੜੀ ਲਈ ਅਪਲਾਈ ਕਰ ਸਕਦੇ ਹਾਂ। ਉਸਦੀ डिटेल इन्फॉर्मेशन की वीडियोज़ अपने चैनल पर बनिया हुई जी, उसकी लिंक ਤੁਹਾਨੂੰ आई बटन पर क्लिक करके मिल जाएंगे। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਜੀ ਕਿ ਇੰਟਰਵਿਊ ਦੇ ਕੁਐਸਚਨਸ ਤੇ ਆਨਸਰਸ ਕੀ ਹੋਣਗੇ। ਕੁਐਸਚਨਸ ਤਾਂ ਮੋਸਟਲੀ ਸਭ ਨੂੰ ਪਤਾ ਹੁੰਦੇ ਆ ਜੀ ਕਿ ਇੰਟਰਵਿਊ ਦੇ ਵਿੱਚ ਕਿਹੜੇ ਹੋਣਗੇ, ਲੇਕਿਨ ਉਹਦੇ ਆਨਸਰ ਕਿੱਥੋਂ ਲੈਣੇ ਆ ਤੇ ਕਿੱਥੋਂ ਪੜ੍ਹ ਕੇ ਜਾਣਾ ਹੈ, ਉਹ ਸਾਰਾ ਡਿਟੇਲ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਦੇ ਵਿੱਚ ਦੇਣ ਵਾਲੇ ਹਾਂ। ਸੋ ਕੁਐਸਚਨਸ ਦੇ ਨਾਲ ਨਾਲ ਤੁਹਾਨੂੰ ਆਨਸਰ ਵੀ ਦੱਸੇ ਜਾਣਗੇ ਜੀ, ਤੇ ਆਨਸਰ ਕਿੱਥੋਂ ਪੜ੍ਹ ਕੇ ਜਾਣਾ ਹੈ ਉਸ ਦੀ ਡਿਟੇਲ ਇਨਫੋਰਮੇਸ਼ਨ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਤੁਸੀਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਜਿਸ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਕਈ ਵਾਰ ਕੀ ਹੁੰਦਾ ਜੀ YouTube ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦੀ। ਸੋ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਹੁਣ ਸ਼ੁਰੂ ਕਰਦੇ ਜੀ ਆਪਣੀ ਵੀਡੀਓ ਨੂੰ। ਹਾਂਜੀ, ਸਭ ਤੋਂ ਪਹਿਲਾਂ ਕੁਐਸਚਨ ਇਹ ਆਉਂਦਾ ਜੀ ਕਿ ਇੰਟਰਵਿਊ ਲੈਣ ਲਈ ਕਿੰਨੇ ਮੈਂਬਰਸ ਦੀ ਕਮੇਟੀ ਹੋਏਗੀ। 5 ਮੈਂਬਰਸ ਦੀ ਜਿਹੜੀ ਕਮੇਟੀ ਹੋਏਗੀ, ਜਿਸ ਦੇ ਵਿੱਚ ਪਹਿਲੇ ਨੰਬਰ ਤੇ ਹੋਏਗਾ ਜੀ CDPO ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ, ਦੂਸਰੇ ਨੰਬਰ ਤੇ ਹੋਏਗਾ ਜੀ DPO ਡਿਸਟ੍ਰਿਕਟ ਪ੍ਰੋਗਰਾਮ ਆਫਿਸਰ, SDM ਹੋਏਗਾ ਤੇ ਬਾਕੀ ਇਸੇ ਫੀਲਡ ਨਾਲ ਰਿਲੇਟਡ 2 ਮੈਂਬਰਸ ਜਿਹੜੇ ਹੋਰ ਬੈਠੇ ਹੋਣਗੇ। ਇਹ ਤਾਂ ਹੋ ਗਿਆ ਜੀ ਤੁਹਾਡੀ ਜਿਹੜੀ ਇੰਟਰਵਿਊ ਲਏਗੀ ਉਹਦੇ ਵਿੱਚ ਕਿੰਨੇ ਮੈਂਬਰਸ ਹੋਣਗੇ। ਉਸ ਤੋਂ ਬਾਅਦ ਜਦ ਤੁਸੀਂ ਇੰਟਰਵਿਊ ਦੇਣ ਜਾਓਗੇ ਤਾਂ ਸਭ ਤੋਂ ਪਹਿਲਾਂ ਇੰਪ੍ਰੈਸ਼ਨ ਤੁਹਾਡੀ ਡਰੈਸ ਦਾ ਹੋਏਗਾ ਜੀ, ਤੇ ਡਰੈਸ ਕੋਡ ਕਿਸ ਤਰ੍ਹਾਂ ਦਾ ਹੋਏਗਾ। ਗਰਲਸ ਜਿਹੜੀਆਂ ਨੇ ਉਹ ਸਲਵਾਰ ਕਮੀਜ਼ ਪਾ ਕੇ ਜਾ ਸਕਦੀਆਂ ਨੇ ਜਾਂ ਫਿਰ ਸਾੜੀ ਵੀ ਪ੍ਰੈਫਰ ਕਰ ਸਕਦੀਆਂ ਨੇ, ਤਾਂ ਦੋਨੋਂ ਹੀ ਜਿਹੜੀਆਂ ਉੱਥੇ ਠੀਕ ਹੈਗੀਆਂ। ਜੀਨ ਟੌਪ ਜਿਹੜੀ ਆ ਉਸਨੂੰ ਥੋੜਾ ਅਵੋਇਡ ਕੀਤਾ ਜਾਵੇ, ਕਿਉਂਕਿ ਸਲਵਾਰ ਕਮੀਜ਼ ਤੇ ਸਾਰੀ ਇਹਨਾਂ ਦੀ ਆਫੀਸ਼ੀਅਲ ਡਰੈਸ ਕੋਡ ਹੁੰਦੇ ਜੀ ਕਿ ਡਰੈਸ ਦਾ ਇੱਕ ਬਹੁਤ ਵੱਡਾ ਇੰਪ੍ਰੈਸ਼ਨ ਹੁੰਦਾ, ਤਾਂ ਡਰੈਸ ਕੋਡ ਸਿੰਪਲ ਤੇ ਵਧੀਆ ਹੋਣਾ ਚਾਹੀਦਾ। ਜਦ ਤੁਸੀਂ ਇੰਟਰਵਿਊ ਦੇਣ ਲਈ ਅੰਦਰ ਜਾਓਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਉੱਥੇ ਇੰਟਰੋਡਕਸ਼ਨ ਦੇਣੀ ਹੋਏਗੀ ਜੀ। ਇੰਟਰੋਡਕਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਇੰਟਰਵਿਊ ਦਾ ਇੰਟਰੋਡਕਸ਼ਨ ਹੁੰਦੀ ਹੈ, ਕਿਉਂਕਿ ਇੰਟਰੋਡਕਸ਼ਨ ਨਾਲ ਇੰਪ੍ਰੈਸ਼ਨ ਪੈਂਦਾ ਜੀ ਇੰਟਰਵਿਊਅਰ ਤੇ। ਸੋ ਇੰਟਰੋਡਕਸ਼ਨ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ। ਹਾਂਜੀ, ਇੰਟਰੋਡਕਸ਼ਨ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਨੇਮ ਦੱਸਣਾ ਜੀ, ਆਪਣਾ ਐਡਰੈਸ ਦੱਸਣਾ ਹੈ, ਆਪਣੀ ਕੁਆਲੀਫਿਕੇਸ਼ਨ ਦੱਸਣੀ ਹੈ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਸਕਿੱਲ ਯਾਨੀ ਕਿ ਤੁਸੀਂ ਆਪਣੀ ਖੂਬੀਆਂ ਬਾਰੇ ਤੇ ਆਪਣੀ ਇੰਟਰਸਟ ਬਾਰੇ ਦੱਸਣਾ ਹੈ। ਤੇ ਇੰਟਰਸਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜੀ ਕਿ ਮੈਂ ਸਮਾਜ ਸੇਵਿਕਾ ਬਣਨਾ ਚਾਹੁੰਦੀ ਹਾਂ, ਜਾਂ ਤੁਸੀਂ ਕਹਿ ਸਕਦੇ ਹੋ ਜੀ ਕਿ ਮੈਂ ਸਮਾਜ ਸੇਵਿਕਾ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹਾਂ। ਤੇ ਇਸ ਤਰ੍ਹਾਂ ਦੇ ਤੁਸੀਂ ਆਨਸਰਸ ਜਿਹੜੇ ਆਪਣੇ ਇੰਟਰਸਟ ਦੇ ਵਿੱਚ ਦੇ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਸਾਹਮਣੇ ਆਪਣੀ ਡਾਕੂਮੈਂਟ ਫਾਈਲ ਰੱਖੋਗੇ ਜੀ। ਤੁਹਾਡੀ ਡਾਕੂਮੈਂਟ ਫਾਈਲ ਉਹ ਤੁਹਾਡੇ ਤੋਂ ਮੰਗਣਗੇ। ਉਸ ਡਾਕੂਮੈਂਟ ਫਾਈਲ ਦੇ ਵਿੱਚ ਤੁਹਾਡੇ ਸਾਰੇ ਡਾਕੂਮੈਂਟਸ ਹੋਣੇ ਚਾਹੀਦੇ ਹਨ, ਜਿਸ ਦੇ ਵਿੱਚ ਤੁਹਾਡੇ 10th ਦਾ ਡਾਕੂਮੈਂਟ, ਤੁਹਾਡੇ 12th ਦਾ ਡਾਕੂਮੈਂਟ, BA ਜਾਂ ਤੁਹਾਡੇ ਗ੍ਰੈਜੂਏਸ਼ਨ ਵਿੱਚ ਜੋ ਵੀ ਕੀਤਾ ਹੈ, BSc ਜਾਂ ਫਿਰ BCom ਜੋ ਵੀ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੈ ਉਸਦੇ ਡਾਕੂਮੈਂਟਸ। ਤੇ ਉਸ ਤੋਂ ਬਾਅਦ ਜੇ ਤੁਹਾਨੂੰ ਇਸ ਤੋਂ ਵੀ ਹਾਇਰ ਕੁਆਲੀਫਿਕੇਸ਼ਨ ਲਿੱਤੀ ਹੈ ਤਾਂ ਉਹ ਸਾਰੇ ਅਦਰ ਸਰਟੀਫਿਕੇਟਸ ਜਿਹੜੇ ਆ ਉਹਦੇ ਵਿੱਚ ਹੋ ਸਕਦੇ ਆ। ਤੁਹਾਡੀ ਕਾਸਟ ਦੇ ਰਿਲੇਟਡ, ਤੁਹਾਡੀ ਕੈਟੇਗਰੀ ਦੇ ਰਿਲੇਟਡ ਸਰਟੀਫਿਕੇਟਸ ਹੋ ਸਕਦੀਆਂ। ਆਧਾਰ ਕਾਰਡ ਤੁਸੀਂ ਉਹਦੇ ਵਿੱਚ ਰੱਖਣਾ ਹੈ, ਵੋਟਰ ਕਾਰਡ ਜਾਂ ਫਿਰ ਡੋਮੀਸਾਈਲ ਤੁਸੀਂ ਉਹਦੇ ਵਿੱਚ ਰੱਖ ਸਕਦੇ ਹੋ। ਬਾਕੀ ਡੋਮੀਸਾਈਲ ਜਿਹੜਾ ਹੁੰਦਾ ਜੀ ਰੈਜ਼ੀਡੈਂਸ ਦਾ ਪ੍ਰੂਫ ਹੁੰਦਾ, ਕਿੱਥੋਂ ਬਣੇ ਡੋਮੀਸਾਈਲ ਨਹੀਂ ਹੁੰਦਾ ਜੀ। ਜਾਂ ਤਾਂ ਤੁਸੀਂ ਵੋਟਰ ਕਾਰਡ ਅਗਰ ਤੁਹਾਡੇ ਕੋਲ ਹੈ ਤਾਂ ਡੋਮੀਸਾਈਲ ਦੀ ਜ਼ਰੂਰਤ ਨਹੀਂ ਹੈ, ਅਗਰ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਤੁਸੀਂ ਡੋਮੀਸਾਈਲ ਸ਼ੋ ਕਰ ਸਕਦੇ ਹੋ। ਹੁਣ ਡੋਮੀਸਾਈਲ ਕਿੱਥੋਂ ਬਣਵਾਇਆ ਜਾ ਸਕਦਾ ਹੈ ਜੀ, ਤੁਸੀਂ ਕਿਸੇ ਵੀ ਸੇਵਾ ਕੇਂਦਰ ਦੇ ਵਿੱਚ ਜਾ ਕੇ ਆਪਣਾ ਡੋਮੀਸਾਈਲ ਬਣਵਾ ਸਕਦੇ ਹੋ। ਇਸ ਵਾਰ ਤੁਹਾਡੇ ਤੋਂ ਉਹ ਏਰੀਆ ਦੀ ਨੌਲੇਜ ਬਾਰੇ ਤੁਹਾਡੇ ਤੋਂ ਪੁੱਛਣਗੇ ਜੀ। ਤੁਹਾਨੂੰ ਆਪਣੇ ਏਰੀਆ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਦੈਟ ਮੀਨਸ ਤੁਹਾਡੇ ਏਰੀਆ ਦੇ ਵਿੱਚ ਪਾਪੂਲੇਸ਼ਨ ਕਿੰਨੀ ਹੋਏਗੀ, ਉੱਥੇ ਮੇਲ ਫੀਮੇਲ ਚਿਲਡਰਨ ਕਿੰਨੇ ਨੇ, ਔਰ ਬਜ਼ੁਰਗ ਕਿੰਨੇ ਨੇ। ਚਿਲਡਰਨ ਦੇ ਵਿੱਚੋਂ ਵੀ 3 ਤੋਂ 6 ਸਾਲ ਦੀ ਉਮਰ ਵਾਲੇ ਜਿਹੜੇ ਬੱਚੇ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ, ਉਹਨਾਂ ਦੇ ਵਿੱਚੋਂ ਗਰਲਸ ਦੀ ਗਿਣਤੀ ਕਿੰਨੀ ਹੈ ਤੇ ਬॉयਜ਼ ਦੀ ਗਿਣਤੀ ਕਿੰਨੀ ਹੈ। ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਹੋਣੀ ਚਾਹੀਦੀ ਹੈ। ਹੁਣ ਕੁਐਸਚਨ ਆਉਂਦਾ ਕਿ ਇਹ ਸਾਰੀ ਇਨਫੋਰਮੇਸ਼ਨ ਲਈਏ ਕਿੱਥੋਂ, ਤਾਂ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਆਪਣੇ ਏਰੀਆ ਦੇ ਕਿਸੇ ਵੀ ਆਂਗਨਵਾੜੀ ਦੇ ਨਾਲ ਕੰਟੈਕਟ ਕਰਕੇ ਉੱਥੋਂ ਹੀ ਲੈ ਸਕਦੇ ਹੋ, ਕਿਉਂਕਿ ਇਹਨਾਂ ਸਾਰੀ ਚੀਜ਼ਾਂ ਦਾ ਰਿਕਾਰਡ ਆਂਗਨਵਾੜੀ ਦੇ ਵਿੱਚ ਰੱਖਿਆ ਜਾਂਦਾ ਹੈ। ਤਾਂ ਤੁਸੀਂ ਉੱਥੋਂ ਜਾ ਕੇ ਆਪਣੀ ਇਨਫੋਰਮੇਸ਼ਨ ਇਸ ਦੇ ਰਿਗਾਰਡਿੰਗ ਲੈ ਸਕਦੇ ਹੋ। ਉਸ ਤੋਂ ਬਾਅਦ ਹੈ ਕਿ ਆਂਗਨਵਾੜੀ ਵਿੱਚ ਕਿਹੜੀ ਕਿਹੜੀ ਪੋਸਟ ਹੁੰਦੀ ਹੈ ਜੀ, ਇਸ ਬਾਰੇ ਤੁਹਾਡੇ ਤੋਂ ਨੌਲੇਜ ਲੈ ਸਕਦੇ ਹਾਂ, ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਜਦ ਵੀ ਕਿਸੇ ਵੀ ਫੀਲਡ ਦੇ ਵਿੱਚ ਤੁਹਾਨੂੰ ਪੋਸਟ ਜਿਹੜੀ ਦੱਸਣੀ ਹੁੰਦੀ ਹੈ ਕਿ ਇਸ ਫੀਲਡ ਦੇ ਵਿੱਚ ਕਿਹੜੀ ਕਿਹੜੀ ਪੋਸਟ ਹੁੰਦੀ ਹੈ, ਤਾਂ ਹਮੇਸ਼ਾ ਇਸ ਦੀ ਇਨਫੋਰਮੇਸ਼ਨ ਲੋਅਰ ਪੋਸਟ ਤੋਂ ਲੈ ਕੇ ਹਾਇਰ ਪੋਸਟ ਤੱਕ ਦੀ ਦਿੱਤੀ ਜਾਂਦੀ ਹੈ। ਤਾਂ ਤੁਸੀਂ ਹਮੇਸ਼ਾ ਲੋਅਰ ਪੋਸਟ ਤੋਂ ਹੀ ਸ਼ੁਰੂ ਕਰਨਾ ਜੀ। ਤੁਸੀਂ ਸਭ ਤੋਂ ਪਹਿਲਾਂ ਦੱਸੋਗੇ ਕਿ ਇਸ ਦੇ ਵਿੱਚ ਸਭ ਤੋਂ ਪਹਿਲਾਂ ਹੈਲਪਰ ਦੀ ਪੋਸਟ ਹੁੰਦੀ ਹੈ, ਮਿਨੀ ਆਂਗਨਵਾੜੀ ਵਰਕਰਸ, ਫਿਰ ਉਸ ਤੋਂ ਉੱਪਰ ਹੁੰਦੇ ਆ ਜੀ ਸੁਪਰਵਾਈਜ਼ਰ, ਤੇ ਫਿਰ ਹੁੰਦੇ ਆ ਜੀ CDPO ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ। ਤਾਂ ਹਮੇਸ਼ਾ ਤੁਸੀਂ ਲੋਅਰ ਪੋਸਟ ਤੋਂ ਲੈ ਕੇ ਉੱਪਰ ਪੋਸਟ ਤੱਕ ਹੀ ਜਾਓਗੇ। ਇਸ ਤੋਂ ਬਾਅਦ ਤੁਹਾਡੇ ਤੋਂ ਕਿਸੇ ਵੀ ਪੋਸਟ ਦੇ ਰਿਗਾਰਡਿੰਗ ਉਸਦਾ ਕੰਮ ਜਿਹੜਾ ਪੁੱਛਿਆ ਜਾ ਸਕਦਾ ਹੈ, ਹੈਲਪਰ ਦਾ ਜਾਂ ਵਰਕਰ ਦਾ, ਸੁਪਰਵਾਈਜ਼ਰ ਦਾ ਜਾਂ CDPO ਦਾ। ਤੁਹਾਨੂੰ ਇਹਨਾਂ ਦੇ ਕੰਮਾਂ ਬਾਰੇ ਪਤਾ ਹੋਣਾ ਚਾਹੀਦਾ ਜੀ। ਹੈਲਪਰ ਦਾ ਕੀ ਕੰਮ ਹੁੰਦਾ? ਦੇਖੋ, ਹੈਲਪਰ ਜਿਹੜਾ ਹੈਗਾ ਜੀ ਉਹ ਵਰਕਰ ਦੀ ਹੈਲਪ ਕਰਦਾ ਹੈ ਕਿ ਆਂਗਨਵਾੜੀ ਦੇ ਵਿੱਚ ਸਾਫ਼ ਸਫਾਈ ਰੱਖਣਾ, ਆਂਗਨਵਾੜੀ ਨੂੰ ਖੋਲ੍ਹਣਾ ਬੰਦ ਕਰਨਾ, ਬੱਚਿਆਂ ਦੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਣਾ, ਲਈ ਪੌਸ਼ਟਿਕ ਆਹਾਰ ਤਿਆਰ ਕਰਨਾ, ਖਾਣਾ ਬਣਾਉਣਾ, ਖਾਣਾ ਬਣਾਉਣ ਸਮੇਂ ਪੂਰੀ ਸਾਫ਼ ਸਫਾਈ ਦਾ ਧਿਆਨ ਰੱਖਣਾ, ਤੇ ਇਹਨਾਂ ਸਾਰੀ ਚੀਜ਼ਾਂ ਦਾ ਕੰਮ ਜਿਹੜਾ ਹੈਲਪਰ ਦਾ ਹੀ ਹੁੰਦਾ ਜੀ।
ਇਸ ਤੋਂ ਬਾਅਦ ਆ ਜਾਂਦਾ ਜੀ ਵਰਕਰ ਦਾ ਕੰਮ ਕੀ ਹੁੰਦਾ ਹੈ। ਵਰਕਰ ਜਿਹੜਾ ਹੈ ਜੀ ਉਹ ਹੈਲਪਰ ਦੀ ਉੱਪਰਲੀ ਪੋਸਟ ਹੈਗੀ ਹੈ। ਸੋ ਉਹ ਹੈਲਪਰ ਦੇ ਸਾਰੇ ਕੰਮ ਦੀ ਨਿਗਰਾਨੀ ਕਰਦਾ ਕਿ ਹੈਲਪਰ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰ ਰਿਹਾ ਜਾਂ ਨਹੀਂ, ਆਂਗਨਵਾੜੀ ਦੇ ਵਿੱਚ ਸਾਫ਼ ਸਫਾਈ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਕਿ ਨਹੀਂ, ਜਾਂ ਬੱਚਿਆਂ ਲਈ ਪੌਸ਼ਟਿਕ ਆਹਾਰ ਤਿਆਰ ਕੀਤਾ ਜਾ ਰਿਹਾ ਹੈ। ਪੌਸ਼ਟਿਕ ਆਹਾਰ ਤਿਆਰ ਕਰਦੇ ਸਮੇਂ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ, ਹਰ ਇੱਕ ਬੱਚਾ ਚੰਗੀ ਤਰ੍ਹਾਂ ਭੋਜਨ ਲੈ ਰਿਹਾ ਜਾਂ ਨਹੀਂ ਲੈ ਰਿਹਾ, ਤਾਂ ਉਸਦਾ ਪੂਰਾ ਡਾਟਾ ਜਿਹੜਾ ਹੈ ਦੇ ਰਿਗਾਰਡਿੰਗ ਜਿੰਨਾ ਵੀ ਡਾਟਾ ਹੈ ਜੀ ਉਹ ਸਾਰਾ ਡਾਟਾ ਵਰਕਰ ਜਿਹੜਾ ਹੈ ਆਪਣੇ ਰਜਿਸਟਰ ਦੇ ਵਿੱਚ ਮੇਨਟੇਨ ਕਰਕੇ ਰੱਖਦਾ ਹੈ। ਲਾਈਕ ਆਪਣੇ ਏਰੀਆ ਦੀ ਪੂਰੀ ਇਨਫੋਰਮੇਸ਼ਨ ਵਰਕਰ ਆਪਣੇ ਰਜਿਸਟਰ ਦੇ ਵਿੱਚ ਮੇਨਟੇਨ ਕਰਕੇ ਰੱਖਦਾ ਹੈ। ਏਰੀਆ ਦੇ ਵਿੱਚੋਂ ਕਿੰਨੇ ਮੇਲ ਫੀਮੇਲਸ ਹੈ, ਕਿੰਨੀ ਲੇਡੀਜ਼ ਪ੍ਰੈਗਨੈਂਟ ਹੈਗੀਆਂ, ਕਿੰਨੇ 3 ਤੋਂ 6 ਸਾਲ ਦੇ ਬੱਚੇ ਹੈ, ਬੱਚਿਆਂ ਲਈ ਜਿਹੜੀਆਂ ਸਕੀਮਸ ਚੱਲ ਰਹੀਆਂ ਨੇ ਕਿ ਉਹ ਬੱਚਿਆਂ ਤੱਕ ਪਹੁੰਚ ਰਹੀਆਂ ਨੇ, ਕਿ ਉਹਨਾਂ ਨੂੰ ਉਸਦੇ ਬਾਰੇ ਨੌਲੇਜ ਹੈਗੀ ਹੈ। ਤਾਂ ਘਰ ਘਰ ਜਾ ਕੇ ਉਹਨਾਂ ਨੇ ਲੇਡੀਜ਼ ਨੂੰ, ਬੱਚਿਆਂ ਨੂੰ ਚੱਲ ਰਹੀਆਂ ਗਵਰਨਮੈਂਟ ਵੱਲੋਂ ਸਕੀਮਸ ਬਾਰੇ ਇਨਫੋਰਮੇਸ਼ਨ ਦੇਣਾ, ਜਾਗਰੂਕ ਕਰਨਾ, ਬਿਮਾਰੀਆਂ ਬਾਰੇ, ਉਹਨਾਂ ਦੇ ਹੱਲ ਬਾਰੇ ਪੂਰੀ ਇਨਫੋਰਮੇਸ਼ਨ ਦੇਣਾ, ਗਵਰਨਮੈਂਟ ਹਸਪੀਟਲਸ ਨਾਲ ਪੂਰਾ ਲਿੰਕ ਬਣਾ ਕੇ ਰੱਖਣਾ, ਉੱਥੋਂ ਤੋਂ ਪੂਰੀ ਜਾਣਕਾਰੀ ਲੈਣਾ। ਜਿਹੜੀ ਮੁੱਢਲੀ ਸਹਾਇਤਾ ਹੈਗੀ ਹੈ ਜੀ ਉਹਦੀ ਇਨਫੋਰਮੇਸ਼ਨ ਲੈਣਾ ਹਸਪਤਾਲ ਤੋਂ, ਤੇ ਉਹ ਇਨਫੋਰਮੇਸ਼ਨ ਸਾਰੇ ਤੱਕ ਪਹੁੰਚਾਉਣਾ। ਮੁੱਢਲੀ ਸਹਾਇਤਾ ਕਿਸ ਤਰ੍ਹਾਂ ਪ੍ਰੋਵਾਈਡ ਕੀਤੀ ਜਾ ਸਕਦੀ ਹੈ, ਜਿਵੇਂ ਅੱਜ ਕੱਲ੍ਹ ਕੋਵਿਡ ਦੀ ਜਿਹੜੀ ਬਿਮਾਰੀ ਚੱਲ ਰਹੀ ਹੈ ਉਸਦੇ ਰਿਗਾਰਡਿੰਗ ਕਿਸ ਤਰ੍ਹਾਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਨੇ, ਕਿਸ ਤਰ੍ਹਾਂ ਦਾ ਰੱਖ ਰਖਾਵ ਕਰਨਾ ਹੈ, ਕਿਸ ਤਰ੍ਹਾਂ ਸਾਫ਼ ਸਫਾਈ ਦੀ ਜ਼ਰੂਰਤ ਹੈਗੀ ਹੈ। ਤਾਂ ਸਾਰੀ ਇਨਫੋਰਮੇਸ਼ਨ ਗਵਰਨਮੈਂਟ ਹਸਪੀਟਲ ਤੋਂ ਲੈ ਕੇ ਉਹਨਾਂ ਨੇ ਹਰ ਇੱਕ ਘਰ ਜਾ ਕੇ ਲੇਡੀਜ਼ ਨੂੰ ਦੇਣੀ ਹੁੰਦੀ ਹੈ, ਬੱਚਿਆਂ ਨੂੰ ਦੇਣੀ ਹੁੰਦੀ ਹੈ, ਤਾਂ ਕਿ ਉਹ ਵਰਤ ਸਕਣ। ਸਾਰੀ ਨੌਲੇਜ ਦਾ ਜੀ ਡਾਟਾ ਉਹ ਆਪਣੇ ਕੋਲ ਰਜਿਸਟਰ 'ਚ ਮੇਨਟੇਨ ਵੀ ਕਰਕੇ ਰੱਖਦੇ ਆ ਤੇ ਲੋੜ ਪੈਣ 'ਤੇ ਆਪਣੇ ਸੀਨੀਅਰਸ ਨੂੰ ਇਹ ਡਾਟਾ ਪ੍ਰੋਵਾਈਡ ਵੀ ਕਰਦੇ ਆ। ਤਾਂ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਡਾਟਾ ਤੁਸੀਂ ਇੱਕ ਆਂਗਨਵਾੜੀ ਤੋਂ ਜਾ ਕੇ ਕੰਟੈਕਟ, ਆਪਣੀ ਨੇੜਲੀ ਆਂਗਨਵਾੜੀ ਤੋਂ ਜਾ ਕੇ ਕੰਟੈਕਟ ਕਰਕੇ ਪਤਾ ਕਰ ਸਕਦੇ ਹੋ। ਪਤਾ ਆ ਜਾਂਦਾ ਜੀ ਸੁਪਰਵਾਈਜ਼ਰ ਦੇ ਕੰਮ। ਇੱਕ ਸੁਪਰਵਾਈਜ਼ਰ ਕੋਲ ਜੀ 36 ਤੋਂ 38% ਏਰੀਆ ਦਿੱਤਾ ਹੁੰਦਾ। ਉਹਨਾਂ ਨੇ ਆਪਣੇ ਏਰੀਆ ਦੀ ਜਿੰਨੀਆਂ ਆਂਗਨਵਾੜੀਜ਼ ਹੁੰਦੀਆਂ ਨੇ ਉਹਨਾਂ ਸਾਰੀ ਆਂਗਨਵਾੜੀ ਦੀ ਨਿਗਰਾਨੀ ਕਰਨੀ ਹੁੰਦੀ ਹੈ ਕਿ ਉਹਦੇ ਵਿੱਚ ਸਾਰਾ ਕੰਮ ਚੱਲ ਰਿਹਾ ਤੇ ਉੱਥੇ ਜਿਹੜਾ ਡਾਟਾ ਮੇਨਟੇਨ ਕੀਤਾ ਜਾ ਰਿਹਾ ਜਾਂ ਨਹੀਂ, ਤੇ ਉਹ ਸਾਰਾ ਡਾਟਾ ਉਹਨਾਂ ਤੋਂ ਲੈਣਾ ਹੁੰਦਾ ਤੇ ਅੱਗੇ ਜਿਹੜੇ ਉਹਨਾਂ ਦੇ ਸੀਨੀਅਰ ਹੈ CDPO ਉਹਨਾਂ ਨੂੰ ਉਹ ਸਾਰਾ ਡਾਟਾ ਪ੍ਰੋਵਾਈਡ ਕਰਨਾ ਹੁੰਦਾ ਹੈ। ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ ਤੇ ਉਹ ਆਪਣੇ ਏਰੀਆ ਦੀ ਆਂਗਨਵਾੜੀਜ਼ ਦੀ ਇੰਸਪੈਕਸ਼ਨ ਕਰਦੇ ਆ ਤੇ ਸਾਰੀ ਆਂਗਨਵਾੜੀ ਦੇ ਵਿੱਚ ਹਰ ਇੱਕ ਕੰਮ ਟਾਈਮ ਸਿਰ ਚੱਲ ਰਿਹਾ, ਰਜਿਸਟਰ ਮੇਨਟੇਨ ਹੋ ਰਿਹਾ, ਉੱਥੋਂ ਦਾ ਡਾਟਾ ਲੈਣਾ, ਉਹ ਸਾਰਾ ਕੰਮ CDPO ਦਾ ਹੁੰਦਾ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਸਕੀਮਸ ਦਾ ਗੱਲ, ਜੋ ਕਿ ਆਂਗਨਵਾੜੀ ਵਰਕਰ ਨੇ ਵੀ ਹਰ ਇੱਕ ਨੂੰ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਕਿ ਗਵਰਨਮੈਂਟ ਵੱਲੋਂ ਕੀ ਸਕੀਮਾਂ ਚਲਾਈ ਜਾ ਰਹੀਆਂ ਨੇ ਤੇ ਉਹ ਸਕੀਮਸ ਹਰ ਇੱਕ ਤੱਕ ਪਹੁੰਚਾਉਣੀਆਂ ਵੀ ਹੁੰਦੀਆਂ ਨੇ ਤੇ ਉਸਦਾ ਰਜਿਸਟਰ ਵੀ ਮੇਨਟੇਨ ਕਰਨਾ ਹੁੰਦਾ ਹੈ। ਲੇਕਿਨ ਹੁਣ ਇਹ ਸਕੀਮਸ ਕਿੱਥੋਂ ਪਤਾ ਲੱਗਣਗੀਆਂ, ਸਕੀਮਸ ਦੀ ਨੌਲੇਜ ਆਪਾਂ ਕਿੱਥੋਂ ਲੈ ਸਕਦੇ ਹਾਂ ਤੇ ਕਿਹੜੀਆਂ ਸਕੀਮਸ ਬਾਰੇ ਇਨਫੋਰਮੇਸ਼ਨ ਆਪਾਂ ਰੱਖਣੀ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਿ ਪ੍ਰੈਗਨੈਂਟ ਲੇਡੀਜ਼ ਦੇ ਲਈ ਗਵਰਨਮੈਂਟ ਵੱਲੋਂ ਕਿਹੜੀਆਂ ਸਕੀਮਸ ਚੱਲ ਰਹੀਆਂ ਨੇ, 3 ਤੋਂ 6 ਸਾਲ ਦੇ ਬੱਚਿਆਂ ਲਈ ਕਿਹੜੀਆਂ ਸਕੀਮਸ ਚੱਲ ਰਹੀਆਂ ਨੇ, ਟੀਕਾਕਰਨ ਦੀ ਕੀ ਸਕੀਮ, ਟੀਕਾਕਰਨ ਦਾ ਪੂਰਾ ਪ੍ਰੋਸੈਸ ਤੋਂ ਉਹਨੇ ਧਿਆਨ ਰੱਖਣਾ ਹੈ ਜੀ ਕਿ ਬੱਚਿਆਂ ਨੂੰ ਕਿਹੜੇ ਟੀਕੇ ਲਗਵਾਏ ਜਾਂਦੇ ਹੈ, ਬਿਮਾਰੀਆਂ ਕਿਹੜੀਆਂ ਚੱਲ ਰਹੀਆਂ ਨੇ ਉਹਨਾਂ ਬਿਮਾਰੀਆਂ ਬਾਰੇ ਨੌਲੇਜ ਦੇਣਾ ਇਹ ਵਰਕਰ ਦਾ ਕੰਮ ਹੁੰਦਾ ਜੀ। ਪੌਸ਼ਟਿਕ ਆਹਾਰ ਕਿਹੜਾ ਹੁੰਦਾ ਤੇ ਬੱਚਿਆਂ ਤੱਕ ਉਹ ਪੌਸ਼ਟਿਕ ਆਹਾਰ ਪਹੁੰਚਾਉਣਾ ਇਹ ਵੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਤੇ ਹੁਣ ਅਗਰ ਆਪਾਂ ਸਕੀਮਸ ਦੀ ਗੱਲ ਕਰ ਲਈਏ ਜੀ, ਸਕੀਮਸ ਬਾਰੇ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਮੈਂ ਦਿੰਦੀ ਹਾਂ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ ਕਿ ਸਕੀਮਸ ਦੇ ਨਾਲ ਤੁਸੀਂ ਜਿਹੜੀ ਇਨਫੋਰਮੇਸ਼ਨ ਲੈ ਕੇ ਜਾਣੀ ਹੈ ਜੀ ਉਹ ਤੁਸੀਂ ਜ਼ਰੂਰ ਪੜ੍ਹ ਕੇ ਜਾਇਓ ਹਰ ਹਾਲ ਦੇ ਵਿੱਚ। ਇੱਕ ਪੋਸ਼ਣ ਅਭਿਆਨ ਜੋ ਚਲਾਇਆ ਗਿਆ ਗਵਰਨਮੈਂਟ ਵੱਲੋਂ, ਤਾਂ ਪੋਸ਼ਣ ਅਭਿਆਨ ਬਾਰੇ ਤੇ ਕੋਵਿਡ ਦੇ ਰਿਗਾਰਡਿੰਗ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਹੈ ਜੀ, ਕਿਸ ਤਰ੍ਹਾਂ ਕੋਵਿਡ ਦਾ ਰੱਖ ਰਖਾਵ ਕੀਤਾ ਜਾ ਸਕਦਾ, ਉਸ ਤੋਂ ਬਚਿਆ ਜਾ ਸਕਦਾ ਹੈ, ਕਿਹੜੀ ਕਿਹੜੀ ਸਾਵਧਾਨੀ ਵਰਤਣੀ ਹੈ, ਕਿਹੜੇ ਕਿਹੜੇ ਟੀਕੇ ਕਿੰਨੇ ਟਾਈਮ ਲਗਾਏ ਜਾ ਸਕਦੇ ਆ, ਉਸ ਦੇ ਬਾਰੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਜਾਣੀ ਹੈ। ਕਿਉਂਕਿ ਇਸ ਦੇ ਬਾਰੇ ਕੋਵਿਡ ਜਿਹੜਾ ਉਹ ਰੀਸੈਂਟ ਦੇ ਵਿੱਚ ਇਹ ਬਿਮਾਰੀ ਚੱਲ ਰਹੀ ਹੈ, ਜਦੋਂ ਇਸ ਦੇ ਬਾਰੇ ਇਨਫੋਰਮੇਸ਼ਨ ਤੁਹਾਡੇ ਤੋਂ ਜ਼ਰੂਰ ਪੁੱਛੀ ਜਾਏਗੀ। ਤੇ ਇੱਕ ਪੋਸ਼ਣ ਅਭਿਆਨ ਜਿਹੜਾ ਹੈਗਾ ਇਸ ਦੇ ਬਾਰੇ ਜ਼ਰੂਰ ਇਨਫੋਰਮੇਸ਼ਨ ਲੈ ਕੇ ਜਾਇਓ ਜੀ। YouTube ਤੋਂ ਜਾਂ Google ਤੋਂ ਸਰਚ ਕਰਕੇ ਤੁਸੀਂ ਪੋਸ਼ਣ ਅਭਿਆਨ ਕਦੋਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ, ਕਿਸ ਪਰਪਸ ਲਈ ਸ਼ੁਰੂ ਹੋਇਆ, ਇਸ ਦੇ ਅੰਡਰ ਕਿਹੜੇ ਲੋਕਾਂ ਨੂੰ ਕਵਰ ਕੀਤਾ ਜਾਂਦਾ ਹੈ, ਤਾਂ ਪੂਰੀ ਇਨਫੋਰਮੇਸ਼ਨ ਇਸ ਦੇ ਬਾਰੇ ਜ਼ਰੂਰ ਲੈ ਕੇ ਜਾਇਓ ਤੇ ਇਸ ਦੇ ਬਾਰੇ ਕੁਐਸਚਨ ਜ਼ਰੂਰ ਪੁੱਛਿਆ ਜਾਏਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਸਕੀਮਸ ਬਾਰੇ। ਸਕੀਮਸ ਬਾਰੇ ਕਿੱਥੋਂ ਪਤਾ ਲੱਗੇਗਾ? ਹਾਂਜੀ, ਜਿਵੇਂ ਹੀ ਆਪਾਂ ਗੂਗਲ 'ਤੇ ਸਰਚ ਕਰਦੇ ਹਾਂ ਤੁਸੀਂ ਇੱਥੇ ਦੇਖ ਸਕਦੇ ਹੋ, ਤੁਸੀਂ ਬਰਾਊਜ਼ਰ 'ਤੇ ਜਾ ਕੇ ਸਰਚ ਕਰ ਸਕਦੇ ਹੋ ਗਵਰਨਮੈਂਟ ਸਕੀਮਸ ਫॉर ਆਂਗਨਵਾੜੀਜ਼। ਜਿਵੇਂ ਆਪਾਂ ਇੱਥੇ ਸਰਚ ਕਰਦੇ ਹਾਂ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਆਂਗਨਵਾੜੀ ਸਕੀਮਸ ਬਾਰੇ ਜਿਹੜਾ ਇੱਥੇ ਨਿਕਲ ਕੇ ਆ ਰਿਹਾ ਤੇ ਇਸ ਦੇ ਵਿੱਚ ਤੁਸੀਂ ਨੀਚੇ ਦੇਖ ਸਕਦੇ ਹੋ ਇਹ ਹੈਗੇ ਜਿਨ੍ਹਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਇੱਥੇ ਹੀ ਜਾ ਕੇ ਆਪਾਂ ਸਕੀਮਸ ਬਾਰੇ ਪੜ੍ਹਦੇ ਹਾਂ। ਇਸ ਬਾਰੇ ਸਕੀਮਸ ਜਿਹੜੀਆਂ ਆ ਚੁੱਕੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਅੰਡਰ ਦਾ ICDS ਸਕੀਮਸ। ਤਾਂ ICDS ਕੀ ਹੈ ਜੀ? ਇਹ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼। ਤਾਂ ਇਸਦੀ ਫੁੱਲ ਫਾਰਮ ਵੀ ਤੁਸੀਂ ਯਾਦ ਕਰਿਓ, ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸ ਸਕੀਮਸ। ਤੇ ਇਹਦੇ ਅੰਡਰ ਜੀ ਟੋਟਲ 6 ਸਕੀਮਾਂ ਜਿਹੜੀਆਂ ਟੋਟਲ 6 ਸਰਵਿਸਿਜ਼ ਚਲਾਈਆਂ ਜਾਂਦੀਆਂ ਨੇ। ਕਿਹੜੀਆਂ ਸਪਲੀਮੈਂਟਰੀ ਨਿਊਟ੍ਰੀਸ਼ਨ, ਤੇ ਇਸ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਕੇ ਜਾਣੀ ਹੈ। ਤੁਸੀਂ ਨੋਟ ਕਰ ਸਕਦੇ ਹੋ ਤੁਸੀਂ ਕਿਸ ਬਾਰੇ ਇਨਫੋਰਮੇਸ਼ਨ ਲੈ ਕੇ ਜਾਣੀ ਹੈ। ਸਪਲੀਮੈਂਟਰੀ ਨਿਊਟ੍ਰੀਸ਼ਨ, ਇਮਿਊਨਾਈਜੇਸ਼ਨ ਇਹਦਾ ਮਤਲਬ ਹੁੰਦਾ ਜੀ ਟੀਕਾਕਰਨ, ਹੈਲਥ ਚੈੱਕਅਪ ਕਿੰਨੇ ਟਾਈਮ ਤੋਂ ਬਾਅਦ, ਕਿੰਨੇ ਪੀਰੀਅਡ ਤੋਂ ਬਾਅਦ ਇੱਕ ਪ੍ਰੈਗਨੈਂਟ ਲੇਡੀ ਜਾਂ 3 ਤੋਂ 6 ਸਾਲ ਦੇ ਬੱਚਿਆਂ ਲਈ ਹੈਲਥ ਚੈੱਕਅਪ ਜਿਹੜਾ ਕਰਵਾਇਆ ਜਾਂਦਾ ਹੈ। ਰੈਫਰਲ ਸਰਵਿਸਿਜ਼, ਨਿਊਟ੍ਰੀਸ਼ਨ ਮਤਲਬ ਆਹਾਰ, ਨਿਊਟ੍ਰੀਸ਼ਨ ਬਾਰੇ ਪੌਸ਼ਟਿਕ ਆਹਾਰ ਕੀ ਹੁੰਦਾ ਹੈ, ਕਿਸ ਤਰ੍ਹਾਂ ਕਿਹੜੀ ਚੀਜ਼ਾਂ ਇਨਕਲੂਡ ਹੁੰਦੀਆਂ ਨੇ, ਇਹ ਸਾਰੀ ਇਨਫੋਰਮੇਸ਼ਨ। ਹੈਲਥ ਐਜੂਕੇਸ਼ਨ ਯਾਨੀ ਕਿ ਸਿਹਤ ਸਿੱਖਿਆ, ਤੇ ਪ੍ਰੀ ਸਕੂਲ ਐਜੂਕੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਟੂ ਚਿਲਡਰਨ ਇਨ ਦਾ ਏਜ ਗਰੁੱਪ ਆਫ 6 ਮੰਥਸ ਟੂ 6 ਇਅਰਸ। ਤਾਂ 6 ਮਹੀਨੇ ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਪ੍ਰੀ ਸਕੂਲ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਪ੍ਰੈਗਨੈਂਟ ਵੂਮਨਸ ਤੇ ਲੈਕਟਿੰਗ ਮਦਰਸ ਨੂੰ ਵੀ ਜਿਹੜੀ ਹੈਲਥ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ। ਇਹ ਸਾਰੀ ਇਨਫੋਰਮੇਸ਼ਨ ਦੀ ਨੌਲੇਜ ਤੁਹਾਨੂੰ ਲੈ ਕੇ ਜਾਣੀ ਹੈ। ਸਟੇਟ ਗਵਰਨਮੈਂਟ ਮੇਕਸ ਪ੍ਰੋਵੀਜ਼ਨਸ ਫॉर ਫੰਡਸ। ਤਾਂ ਸਟੇਟ ਗਵਰਨਮੈਂਟ ਜਿਹੜੀ ਹੈ ਇਹਨਾਂ ਸਾਰਿਆਂ ਲਈ ਫੰਡਸ ਤਿਆਰ ਕਰਦੀ ਹੈ, ਕਿਹਦੇ ਵਿੱਚੋਂ ਜੀ ਐਨੂਅਲ ਸਟੇਟ ਪਲਾਨ ਦੇ ਵਿੱਚੋਂ ਫॉर ਦਿਸ ਪਰਪਸ। ਤਾਂ ਇਹ ਇਨਫੋਰਮੇਸ਼ਨ ਵੀ ਤੁਸੀਂ ਧਿਆਨ ਰੱਖਿਓ। The expenditure under the supplementary nutrition program is borne by the center and state 50-50 ratio। ਤਾਂ ਇਹ ਵੀ ਬਹੁਤ ਇੰਪੋਰਟੈਂਟ ਜਾਣਕਾਰੀ ਹੈ ਜੀ ਕਿ ਜਿਹੜਾ ਇਸ ਤੇ ਖਰਚਾ ਹੁੰਦਾ ਹੈ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਤੇ, ਤਾਂ ਉਹ ਸੈਂਟਰ ਔਰ ਸਟੇਟ ਜਿਹੜਾ ਉਹ ਖਰਚਾ 50-50 ਦੀ ਰੇਸ਼ੋ ਵਿੱਚ ਵੰਡਦੀ ਹੈ।
ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਜੀ ਪੋਸ਼ਣ ਅਭਿਆਨ ਇਜ਼ ਅ ਪਾਰਟ ਆਫ ਸੇਮ ਇਨੀਸ਼ੀਏਟਿਵ ਐਜ਼ ਅ ਫੋਕਸਡ ਇੰਟਰਵੈਂਸ਼ਨ। ਤਾਂ ਪੋਸ਼ਣ ਅਭਿਆਨ ਬਾਰੇ ਡਿਟੇਲ ਜਾਣਕਾਰੀ ਤੁਸੀਂ ਜ਼ਰੂਰ ਲੈ ਕੇ ਜਾਇਓ। ਉਸ ਤੋਂ ਬਾਅਦ ਹੈ ਕਿ ਉਹਨਾਂ ਦੇ ਬੈਨੀਫਿਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਜੀ, ਇਹਨਾਂ 6 ਸਰਵਿਸਿਜ਼ ਦੇ ਕੀ ਬੈਨੀਫਿਟਸ ਹੈਗੇ ਆ। ਐਲੀਜੀਬਿਲਟੀ ਕੀ ਹੈਗੀ ਹੈ ਜੀ, ਐਲੀਜੀਬਿਲਟੀ ਹੈ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਦੇ ਬੱਚਾ, ਪ੍ਰੈਗਨੈਂਟ ਵੂਮਨਸ ਤੇ ਲੈਕਟਿੰਗ ਮਦਰਸ, ਇਹਨਾਂ ਦੀ ਐਲੀਜੀਬਿਲਟੀ ਹੈ। ਡਾਕੂਮੈਂਟਸ ਕਿਹੜੇ ਹੁੰਦੇ ਇਹਨਾਂ ਲਈ, ਆਧਾਰ ਕਾਰਡ, ਬਰਥ ਸਰਟੀਫਿਕੇਟ ਆਫ ਚਾਈਲਡ। ਇਹ ਸਾਰੀ ਜਾਣਕਾਰੀ ਜਾਂ ਸਰਵਿਸਿਜ਼ ਲੈਣ ਲਈ ਕਿਸ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ, ਆਂਗਨਵਾੜੀ ਸੈਂਟਰ 'ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਜਾਂ ਬਲੋਕ ਲੈਵਲ 'ਤੇ CDPO ਕੋਲ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ, ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ। ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਉਸਦੇ ਰਿਗਾਰਡਿੰਗ ਅਗਰ ਕਿਤੇ ਉਹਨਾਂ ਨੇ ਜਾਣਕਾਰੀ ਲੈਣੀ ਹੈ ਤਾਂ ਉਹਦੇ ਲਈ ਰਿਡਰੈਸਲ ਲਈ ਉਹ CDPO ਕੋਲ ਜਾ ਸਕਦੇ ਆ ਜੀ, ਡਿਸਟ੍ਰਿਕਟ ਪ੍ਰੋਗਰਾਮ ਆਫਿਸਰ ਕੋਲ ਜਾ ਸਕਦੇ ਆ, ਉਹਨਾਂ ਦਾ ਹੈੱਡ ਆਫਿਸ ਦਾ ਨੰਬਰ ਦਿੱਤਾ ਹੁੰਦਾ ਜੀ। ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਉਸਦੀ ਫੁੱਲ ਫਾਰਮ ਵੀ ਜ਼ਰੂਰ ਯਾਦ ਕਰਕੇ ਜਾਇਓ, ਕਈ ਵਾਰ ਇਹ ਵੀ ਪੁੱਛ ਲੈਂਦੇ ਆ ਜੀ। ਬਾਕੀ ਈਮੇਲ ID ਕੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ। ਤਾਂ ਇਹ ਥੋੜੀ ਛੋਟੀ ਇਨਫੋਰਮੇਸ਼ਨ ਹੈ ਜੀ, ਇਹ ਸਾਰੀਆਂ ਹੈ ਤਾਂ ਛੋਟੀ ਇਨਫੋਰਮੇਸ਼ਨ ਪਰ ਕਈ ਵਾਰ ਇਹ ਵੀ ਪੁੱਛ ਲਿੱਤੀ ਜਾਂਦੀ ਹੈ ਤੇ ਆਪਾਂ ਨੂੰ ਮੌਕੇ ਤੇ ਫਿਰ ਉਹ ਯਾਦ ਨਹੀਂ ਆਉਂਦੀ। ਸੋ ਇਹ ਜਿਹੜੀ ਹੈਗੀ ਵੀ ਗ੍ਰੀਵੈਂਸ ਰਿਡਰੈਸਲ ਲਈ ਕਿੱਥੇ ਕੰਟੈਕਟ ਕੀਤਾ ਜਾ ਸਕਦਾ ਹੈ, ਈਮੇਲਸ ਕਿਹੜੀਆਂ ਨੇ, ਕਿਸ ਤਰ੍ਹਾਂ ਕਿਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ। ਲਾਈਕ ਇੱਕ ਆਮ ਆਦਮੀ ਨੇ ਅਗਰ ਇਹਨਾਂ ਸਾਰੀਆਂ ਸਰਵਿਸਿਜ਼ ਨੂੰ ਅਵੇਲ ਕਰਨਾ ਉਹ ਕਿਸ ਨੂੰ ਕੰਟੈਕਟ ਕਰ ਸਕਦੇ ਆ, ਤਾਂ ਉਹ ਆਂਗਨਵਾੜੀ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਆ। ਕਿਹੜੇ ਡਾਕੂਮੈਂਟ ਲੱਗਣਗੇ, ਆਧਾਰ ਕਾਰਡ ਲੱਗੇਗਾ, ਬਰਥ ਸਰਟੀਫਿਕੇਟ ਲੱਗੇਗਾ, ਠੀਕ ਹੈ ਜੀ। ਇੱਥੇ ਕਿਹੜੀਆਂ 6 ਸਰਵਿਸਿਜ਼ ਚੱਲ ਰਹੀਆਂ ਨੇ, ਸੈਂਟਰ ਤੇ ਸਟੇਟ ਇਸ ਦਾ ਖਰਚਾ ਕਿਵੇਂ ਆਪਸ ਦੇ ਵਿੱਚ ਵੰਡਦੇ ਨੇ, ਪੋਸ਼ਣ ਅਭਿਆਨ ਕੀ ਹੁੰਦਾ ਹੈ, ਕੋਵਿਡ ਦੇ ਬਾਰੇ ਸਾਰੀ ਜਾਣਕਾਰੀ, ICDS ਦੀ ਫੁੱਲ ਫਾਰਮ, ਉਹਦੇ ਅੰਡਰ ਚੱਲਦੀਆਂ ਸਕੀਮਸ। ਤਾਂ ਉਹ ਸਾਰੀ ਇਨਫੋਰਮੇਸ਼ਨ ਜ਼ਰੂਰ ਤੁਸੀਂ ਇੱਥੇ ਆਫੀਸ਼ੀਅਲ ਵੈਬਸਾਈਟ ਤੋਂ ਹੀ ਤੁਸੀਂ ਇੱਥੇ ਲੈ ਸਕਦੇ ਹੋ। ਤੇ ਇਹ ਸੀਗੀ ਜੀ ਸਾਰੀ ਜਾਣਕਾਰੀ, ਤੁਸੀਂ ਕਿਹੜੀ ਜਾਣਕਾਰੀ ਲੈਣੀ ਹੈ ਤੇ ਕਿੱਥੋਂ ਲੈਣੀ ਹੈ। ਵੀ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਇਹ ਇਨਫੋਰਮੇਸ਼ਨ ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚ ਸਕੇ। ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ, ਜਿਸ ਨਾਲ ਤੁਹਾਨੂੰ ਹਰ ਇੱਕ ਜਾਣਕਾਰੀ, ਹਰ ਇੱਕ ਨੋਟੀਫਿਕੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਥੈਂਕ ਯੂ।